BC ਵਿੱਚ 1 ਮਈ ਤੋਂ ਇਲੈਕਟ੍ਰਿਕ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਨੂੰ ਫਾਸਟ ਚਾਰਜ ਅਪ ਸਟੇਸ਼ਨ ਤੇ ਪਾਵਰ ਅਪ ਕਰਨ ਦੇ ਲਈ पे करना होगा। BC हाइड्रो वालों यूजर फीस ਨੂੰ ਅਪਲਾਈ ਕਰਨ ਤੇ ਮਨਜ਼ੂਰੀ ਦਿੱਤੀ ਗਈ ਹੈ। BC ਯੂਟਿਲਿਟੀਜ਼ ਕਮਿਸ਼ਨ ਨੇ ਕਿਸੇ ਵੀ ਜਗ੍ਹਾ ਤੇ 12 ਤੋਂ 27 ਸੈਂਟ ਪ੍ਰਤੀ ਮਿੰਟ ਅਨੁਸਾਰ ਚਾਰਜ ਕਰਨ ਨੂੰ हामी भरी है। हालांकि वैनकूवर इलैक्ट्रिक व्हीकल एसोसीएशन तो जॉन स्टोनियर का कहना है कि ये रेट काफ़ी घट हैं। उन्होंने कहा कि जेकर होटल रेस्टोरेंट और सर्विस सेंटर्स ਨੂੰ चार्जिंग स्टेशन लगाने ਲਈ प्रेरित करना तो कीमत इन्नी कुछ होनी चाहिए है कि वो चार्जिंग आसरे अपने पैसे वसूल कर सकन। BC ਵਿੱਚ ਕਮਰਸ਼ੀਅਲ ਟਰੱਕ ਡਰਾਈਵਰਸ ਲਈ ਟ੍ਰੇਨਿੰਗ ਦੀਆਂ ਨਵੀਆਂ ਜ਼ਰੂਰਤਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰਕਾਰ ਅਨੁਸਾਰ ਅਜਿਹਾ ਕਰਨ ਨਾਲ ਸੂਬੇ ਦੇ ਹਾਈਵੇਜ਼ ਨੂੰ ਸੁਰੱਖਿਅਤ ਬਣਾਇਆ ਜਾ ਸਕੇਗਾ। ਡਰਾਈਵਰਸ ਨੂੰ ਹੁਣ 140 ਘੰਟੇ ਦੀ ਲਾਜ਼ਮੀ ਐਂਟਰੀ ਲੈਵਲ ਟ੍ਰੇਨਿੰਗ ਦੀ ਲੋੜ ਹੋਵੇਗੀ। ਟ੍ਰੇਨਿੰਗ ਦੀ ਇਹ ਜ਼ਰੂਰਤ ਦੇਸ਼ ਵਿੱਚ ਸਭ ਤੋਂ ਵੱਧ ਹੈ। ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਦੇ ਅਨੁਸਾਰ ਨਵੇਂ ਨਿਯਮਾਂ ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਣ ਜਾ ਰਹੀ ਹੈ ਅਤੇ ਟ੍ਰੇਨਿੰਗ ਪ੍ਰਦਾਨ ਕਰਨ ਵਾਲਿਆਂ ਦੀ ਸੂਚੀ ਜੂਨ ਦੇ ਮੱਧ ਵਿੱਚ ਸਾਂਝੀ ਕੀਤੀ ਜਾਵੇਗੀ। ਹੋਰ ਜ਼ਰੂਰਤਾਂ ਵਿੱਚ 에ਅਰ ਬ੍ਰੇਕ ਟ੍ਰੇਨਿੰਗ ਅਤੇ 6 ਘੰਟਿਆਂ ਦੀ ਲਾਜ਼ਮੀ ਪ੍ਰੈਕਟੀਕਲ ਟ੍ਰੇਨਿੰਗ ਵੀ ਸ਼ਾਮਲ ਹੈ। 2018 ਵਿੱਚ ਹੰਬੋਲਟ ਬ੍ਰੋਨੋਕੋਸ ਬੱਸ ਹਾਦਸੇ ਵਿੱਚ ਆਪਣਾ ਬੇਟਾ ਗਵਾ ਬੈਠੇ ਲਾਰੈਂਸ ਅਤੇ ਗਿਨੀ ਹੰਟਰ ਦੇ ਮੁਤਾਬਿਕ ਉਹਨਾਂ ਨੂੰ ਆਸ ਹੈ ਕਿ ਇਸ ਪ੍ਰੋਗਰਾਮ ਰਾਹੀਂ ਦਿੱਤੀ ਜਾਣ ਵਾਲੀ ਬਿਹਤਰ ਟ੍ਰੇਨਿੰਗ ਨਾਲ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਾਅ ਕੀਤਾ ਜਾਵੇਗਾ। ਤਾਂ ਦੱਸ ਦਈਏ ਕਿ ਸੜਕੀ ਹਾਦਸੇ ਲਗਾਤਾਰ ਵੱਧ ਰਹੇ ਨੇ, ਚਾਹੇ ਉਹ ਮੌਸਮ ਦੇ ਕਾਰਨ ਹੋਣ ਤੇ ਜਾਂ ਫਿਰ ਡਰਾਈਵਰੀ ਦੀ ਵਜ੍ਹਾ ਦੇ ਨਾਲ। BC ਦੀ ਪ੍ਰੋਵਿੰਸ਼ੀਅਲ ਸਿਹਤ ਆਫਿਸਰ ਡਾਕਟਰ ਬੋਨੀ ਹੈਨਰੀ ਅਤੇ ਸਵੀਡਨ ਦੀ ਵਾਤਾਵਰਣ ਸੰਬੰਧੀ ਐਕਟਿਵਿਸਟ ਗ੍ਰੇਟਾ ਥਨਬਰਗ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਡਾਕਟਰ ਬੋਨੀ ਹੈਨਰੀ ਅਤੇ ਗ੍ਰੇਟਾ ਥਨਬਰਗ ਉਹਨਾਂ 18 ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਇਹ ਸਨਮਾਨ ਹਾਸਲ ਹੋਵੇਗਾ। ਸਮਾਜ ਵਿੱਚ ਆਪਣੇ ਬਿਹਤਰੀਨ ਯੋਗਦਾਨ ਦੇ ਲਈ ਇਹਨਾਂ 18 ਲੋਕਾਂ ਨੂੰ ਆਨਰੇਰੀ ਡਿਗਰੀਜ਼ ਨਿਵਾਜੀਆਂ ਜਾਣਗੀਆਂ। UBC ਪ੍ਰੈਜ਼ੀਡੈਂਟ ਸੈਂਟਾ ਓਨੂ ਦਾ ਕਹਿਣਾ ਹੈ ਕਿ ਡਾਕਟਰ ਬੋਨੀ ਹੈਨਰੀ ਨੇ ਪੈਂਡੈਮਿਕ ਦੇ ਦੌਰਾਨ ਸੂਬੇ ਵਿੱਚ ਇੱਕ ਮਜ਼ਬੂਤ ਆਵਾਜ਼ ਦਾ ਕੰਮ ਕੀਤਾ। ਉਹਨਾਂ ਆਖਿਆ ਕਿ 18 ਸਾਲਾ ਗ੍ਰੇਟਾ ਥਨਬਰਗ ਮੌਸਮ ਤਬਦੀਲੀ ਦੇ ਮਾਮਲੇ ਵਿੱਚ ਲੋਕਾਂ ਲਈ ਪ੍ਰੇਰਨਾ ਸਾਬਿਤ ਹੋਈ ਹੈ। ਡਾਕਟਰ ਹੈਨਰੀ ਨੂੰ ਆਪਣੇ ਆਨਰੇਰੀ ਡਿਗਰੀ ਯੂਨੀਵਰਸਿਟੀ ਦੇ ਵੈਨਕੂਵਰ ਕੈਂਪਸ ਵਿੱਚ ਮਿਲੇਗੀ ਅਤੇ ਗ੍ਰੇਟਾ ਥਨਬਰਗ ਨੂੰ ਆਨਰੇਰੀ ਡਿਗਰੀ ਕਲੋਨਾ ਦੀ ਓਕਾਨਾਗਨ ਲੋਕੇਸ਼ਨ ਵਿੱਚ ਦਿੱਤੀ ਜਾਵੇਗੀ। ਤੇ ਕਿਊਬੈਕ ਸੂਬੇ ਵਿੱਚ ਕੁਝ ਸ਼ਹਿਰਾਂ ਵਿੱਚ ਮੁੜ ਤੋਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਕਿਊਬੈਕ ਸਿਟੀ, ਲੋਵਿਸ, ਗੈਟਿਨਿਊ ਇੱਕ ਵਾਰ ਫਿਰ ਤੋਂ 10 ਦਿਨਾਂ ਲਈ ਤਾਲਾਬੰਦੀ ਦੇ ਅਧੀਨ ਹਨ। ਪ੍ਰੀਮੀਅਰ ਫ੍ਰੈਂਕੋਇਸ ਲਗਾਲਟ ਨੇ ਇਸ ਬਾਰੇ ਐਲਾਨ ਕਰਦਿਆਂ ਕਿਹਾ ਕਿ ਇਹਨਾਂ 3 ਸ਼ਹਿਰਾਂ ਵਿੱਚ ਕੋਵਿਡ-19 ਦੇ ਮਾਮਲਿਆਂ ਦੇ ਵੱਧ ਰਹੇ ਵਾਧੇ ਨੂੰ ਰੋਕਣ ਦੇ ਲਈ ਵੀਰਵਾਰ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਪਾਬੰਦੀਆਂ ਵੀਰਵਾਰ ਸ਼ਾਮ 8 ਵਜੇ ਤੋਂ ਲਾਗੂ ਹੋਈਆਂ। ਇਹ ਅਗਲੇ 10 ਦਿਨਾਂ ਤੱਕ ਜਾਰੀ ਰਹਿਣਗੀਆਂ। ਇਹਨਾਂ ਪਾਬੰਦੀਆਂ ਅਧੀਨ ਸਕੂਲ ਬੰਦ ਹੋ ਜਾਣਗੇ ਅਤੇ ਵਿਦਿਆਰਥੀ ਪੂਰੇ ਸਮੇਂ ਲਈ ਆਨਲਾਈਨ ਸਿਖਲਾਈ ਤੇ ਚਲੇ ਜਾਣਗੇ। ਲਗਾਲਟ ਨੇ ਕਿਹਾ ਜਿਮ, ਥੀਏਟਰ, ਹੇਅਰ ਡਰੈਸਰ ਅਤੇ ਹੋਰ ਗੈਰ ਜ਼ਰੂਰੀ ਕਾਰੋਬਾਰ ਵੀ ਬੰਦ ਹੋ ਰਹੇ ਨੇ। ਧਾਰਮਿਕ ਇਕੱਠ 25 ਲੋਕਾਂ ਤੱਕ ਸੀਮਿਤ ਰਹੇਗਾ ਅਤੇ ਘੱਟੋ-ਘੱਟ 12 ਅਪ੍ਰੈਲ ਤੱਕ ਰਾਤ 8 ਵਜੇ ਤੋਂ ਸਵੇਰ 5 ਵਜੇ ਤੱਕ ਨਾਈਟ ਕਰਫਿਊ ਵੀ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਸਥਿਤੀ ਨਾਜ਼ੁਕ ਹੈ। ਕਰੋਨਾ ਤੋਂ ਬਚਾਅ ਕਰਨ ਲਈ ਲੋਕਾਂ ਨੂੰ ਘਰ ਰਹਿਣਾ ਹੋਵੇਗਾ। ਆਉਂਦੇ ਈਸਟਰ ਦੇ ਤਿਉਹਾਰ ਮੌਕੇ ਵੀ ਸਾਨੂੰ ਸੰਜਮ ਨਾਲ ਕੰਮ ਲੈਂਦੇ ਹੋਏ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਲਗਾਲਟ ਨੇ ਘਰ ਰਹਿਣ ਅਤੇ ਇਕੱਠੇ ਨਾ ਹੋਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਵੇਰੀਐਂਟਸ ਤੇਜ਼ੀ ਨਾਲ ਫੈਲ ਰਹੇ ਨੇ। ਅਲਾਰਮ ਵੱਜ ਚੁੱਕਿਆ ਹੈ ਤੇ ਹੁਣ ਅਸੀਂ ਕੋਈ ਅਪਵਾਦ ਖੜਾ ਨਹੀਂ ਕਰ ਸਕਦੇ। We're resisting against the variants and the third wave, but the battle is not over. We have to stay careful as we accelerate the vaccination. We should reach 1 million people vaccinated today, and I want to thank all our teams across Quebec. The situation in coming weeks will be decisive. This is why we must wait before lifting other restrictions except for 2 measures. I'm announcing that starting March 29, high school students will go to school every day. That's great news. It's important that young people go to school. And we have a good news for our elderly. Vaccination is almost done in senior homes. And I'm announcing that as of tomorrow, in senior homes, where at least 75% of residents received the vaccine since 3 weeks, dining rooms will reopen. Apart from these measures, we're not announcing any changes today, and I want to send a warning to people from regions of Outaouais and Saguenay-Lac-Saint-Jean. I ask you to reduce your contacts as much as possible. So we have the opportunity to avoid a third wave, but in order to do that,
We have to follow the rules for a few more weeks. No one wants to come back to a lockdown. I'm counting on you all. And when it's your turn, it's important to get the vaccine. That's why I'm going to get vaccinated in Montreal next Friday. ਅਮਰੀਕਾ ਦਾ ਰੁਖ ਕਰੀਏ ਤਾਂ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਉਹਨਾਂ ਨੇ ਅਮਰੀਕੀ ਬੁਨਿਆਦੀ ਢਾਂਚੇ ਵਿੱਚ ਇੱਕ ਵਾਰ ਦੇ ਪੀੜ੍ਹੀ ਦਾ ਨਿਵੇਸ਼ ਕੀਤਾ ਹੈ। ਰਾਸ਼ਟਰ ਨੂੰ ਇਹ ਵਾਅਦਾ ਕੀਤਾ ਕਿ ਉਹਨਾਂ ਦਾ 2 ਟ੍ਰਿਲੀਅਨ ਪਲਾਨ ਯਾਨੀ ਕਿ ਉਹਨਾਂ ਦੀ 2 ਕਰੋੜ ਡਾਲਰ ਦੀ ਯੋਜਨਾ ਵਿਸ਼ਵ ਦੀ ਸਭ ਤੋਂ ਮਜ਼ਬੂਤ, ਸਭ ਤੋਂ ਲਚਕੀਲੀ, ਨਵੀਨਤਾਕਾਰੀ ਅਰਥ ਵਿਵਸਥਾ ਬਣਾਏਗੀ। ਬਾਈਡਨ ਦੀ ਕਰੋਨਾ ਵਾਇਰਸ ਮਹਾਮਾਰੀ ਨੂੰ ਦੂਰ ਕਰਨ ਲਈ ਸੰਘਰਸ਼ ਕਰ ਰਹੀ ਤਜਵੀਜ਼ ਨਾਲ 20,000 ਮੀਲ ਦੀਆਂ ਸੜਕਾਂ ਤੇ ਰਾਜਮਾਰਗਾਂ ਦਾ ਮੁੜ ਨਿਰਮਾਣ ਹੋਵੇਗਾ ਅਤੇ ਦੇਸ਼ ਦੇ 10 ਸਭ ਤੋਂ ਆਰਥਿਕ ਮਹੱਤਵਪੂਰਨ ਪੁਲਾਂ ਦੀ ਮੁਰੰਮਤ ਕੀਤੀ ਜਾਵੇਗੀ। ਬਾਈਡਨ ਨੇ ਕਿਹਾ ਕਿ ਹੋਰ ਪ੍ਰੋਜੈਕਟਸ ਜਲਵਾਯੂ ਦੇ ਸੰਕਟ ਦਾ ਸਾਹਮਣਾ ਕਰਨਗੇ, ਅਮੀਰੀ ਦੀ ਅਸਮਾਨਤਾ ਨੂੰ ਰੋਕਣਗੇ ਅਤੇ ਅਮਰੀਕਾ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਬਣਾਉਣਗੇ। Economy from the bottom up and from the middle out, not the top down. That hadn't worked very well. For the economy overall, it hadn't worked. Because Wall Street didn't build this country. You, great middle class, built this country. And unions built the middle class. And it's time, and this time, when we rebuild the middle class, we're going to bring everybody along. Regardless of your background, your color, your religion, no matter, everybody gets to come along. So today, I'm proposing a plan for the nation that rewards work, not just rewards wealth. It's not a plan that tinkers around the edges. It's a once-in-a-generation investment in America, unlike anything we've seen or done since we built the interstate highway system and the space race decades ago. In fact, it's the largest American jobs investment since World War II. It will create millions of jobs, good-paying jobs. It will grow the economy, make us more competitive around the world, promote our national security interest, and put us in a position to win the global competition with China in the upcoming years. It's big, yes. It's bold, yes. And we can get it done. We have to move now. Because I'm convinced that if we act now, in 50 years, people are going to look back and say, this was the moment that America won the future. What I'm proposing is a one-time capital investment of roughly $2 trillion in America's future, spread largely over 8 years. ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ, ਇਮੀਗ੍ਰੇਸ਼ਨ ਅਤੇ ਕੋਵਿਡ-19 ਟੀਕਾਕਰਨ ਸਮੇਤ ਵਿਭਿੰਨ ਮੁੱਦਿਆਂ ਤੇ ਧਾਰਮਿਕ ਨੇਤਾਵਾਂ ਨਾਲ ਚਰਚਾ ਕੀਤੀ। ਹੈਰਿਸ ਨੇ ਕਿਹਾ ਕਿ ਧਾਰਮਿਕ ਨੇਤਾ ਮੁਸ਼ਕਲ ਸਮੇਂ ਵਿੱਚ ਸ਼ਕਤੀ, ਸਹਿਯੋਗ ਅਤੇ ਸਲਾਹ ਦਾ ਸਰੋਤ ਹਨ। ਹੈਰਿਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੁਸੀਂ ਉਹਨਾਂ ਪਰਿਵਾਰਾਂ ਨਾਲ ਵਰਚੁਅਲ ਜਾਂ ਨਿੱਜੀ ਤੌਰ ਉੱਤੇ ਪ੍ਰਾਰਥਨਾ ਕੀਤੀ ਜਿਨ੍ਹਾਂ ਨੇ ਜ਼ਬਰਦਸਤ ਨੁਕਸਾਨ ਦਾ ਸਾਹਮਣਾ ਕੀਤਾ। ਇਸ ਬੈਠਕ ਵਿੱਚ 5 ਧਾਰਮਿਕ ਨੇਤਾ ਨਿੱਜੀ ਤੌਰ ਤੇ ਸ਼ਾਮਿਲ ਹੋਏ ਜਦਕਿ 5 ਹੋਰ ਵਰਚੁਅਲ ਢੰਗ ਨਾਲ ਸ਼ਾਮਿਲ ਹੋਏ। ਇਹਨਾਂ ਵਿੱਚੋਂ ਕੋਈ ਵੀ ਘੱਟ ਗਿਣਤੀ ਧਰਮ ਦਾ ਨੇਤਾ ਨਹੀਂ ਸੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਧਾਰਮਿਕ ਨੇਤਾ ਹੋਣ ਦੇ ਨਾਤੇ ਤੁਸੀਂ ਬੇਘਰੇ ਲੋਕਾਂ ਨੂੰ ਆਸਰਾ ਦੇ ਰਹੇ ਹੋ, ਤੁਸੀਂ ਭੁੱਖਿਆਂ ਨੂੰ ਭੋਜਨ ਕਰਾ ਰਹੇ ਹੋ। ਖਾਸ ਤੌਰ ਤੇ ਪਿਛਲੇ ਸਾਲ ਤੁਸੀਂ ਨਾ ਸਿਰਫ ਵਿੱਤੀ ਅਤੇ ਭੌਤਿਕ ਸਗੋਂ ਰੂਹਾਨੀ ਮਦਦ ਵੀ ਦਿੱਤੀ ਹੈ। ਤੁਸੀਂ ਵੀ ਸਥਿਰ ਹੋ। ਹੈਰਿਸ ਨੇ ਧਾਰਮਿਕ ਨੇਤਾਵਾਂ ਨੂੰ ਲੋਕਾਂ ਨੂੰ ਕੋਵਿਡ-19 ਟੀਕਾ ਲਗਾਉਣ ਲਈ ਪ੍ਰੇਰਿਤ ਕਰਨ ਦੀ ਵੀ ਅਪੀਲ ਕੀਤੀ। ਨਸਲੀ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਬਾਰੇ ਵਿੱਚ ਗੱਲ ਕਰਦਿਆਂ ਹੈਰਿਸ ਨੇ ਕਿਹਾ, ਮੈਨੂੰ ਪਤਾ ਹੈ ਕਿ ਤੁਸੀਂ ਕਈ ਢੰਗਾਂ ਦੇ ਨਾਲ ਇਸ ਮੁੱਦੇ ਤੇ ਕੰਮ ਕਰ ਰਹੇ ਹੋ। ਅਸੀਂ ਸਾਰੇ ਜਾਣਦੇ ਹਾਂ ਕਿ ਜ਼ਿਆਦਾਤਰ ਲੋਕ ਆਪਣੇ ਗ੍ਰਹਿ ਨਗਰ ਵਿੱਚ ਰਹਿਣਾ ਚਾਹੁੰਦੇ ਨੇ ਤੇ ਉਹ ਉੱਥੇ ਰਹਿਣਾ ਚਾਹੁੰਦੇ ਨੇ ਜਿੱਥੇ ਉਹ ਵੱਡੇ ਹੋਏ ਨੇ। ਉਹ ਅਜਿਹੀ ਜਗ੍ਹਾ 'ਚ ਰਹਿਣਾ ਚਾਹੁੰਦੇ ਨੇ ਜਿੱਥੋਂ ਦੀ ਸੰਸਕ੍ਰਿਤੀ ਉਹ ਸਮਝਦੇ ਨੇ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ। This is a special time of the year, the holy season for so many. We just celebrated Passover. And of course, Easter is coming, Ramadan. And this is a time, as we know, that is springtime. And here in Washington, D.C., the cherry blossoms are blooming. And around the world, we celebrate this time of year, spring, as a time of renewal and rebirth, a time when I think we know and believe that we can recommit ourselves to the values that we cherish and hold dear. So it's a special time of year, and I want to thank each of you as part of the leadership of our country for in particular what you have been doing throughout your lives, but in particular over this last year.
This last year, when we look at the incredible loss caused by the pandemic, and it's the loss of life, the loss of jobs, but for so many, the loss of hope. These have been such difficult times, dark times, where I think many, and sometimes even including myself, that have challenged our faith, our belief in what is possible, our question about why is this happening. And you all, throughout this time, have, as you always do, been a source of strength, a source of comfort, a source of counsel. You have worshiped with and held families virtually or in person who have experienced tremendous loss. It is our faith leaders. You have been housing the homeless. You have been feeding the hungry. This is what you do. And over this last year in particular, it has stretched the resources that are not only financial and physical, but spiritual.